सत श्री अकाल। तुसीं देख रहे हैं पंजाब मेल यूएसए टीवी। मैं वरुण कौर मान। खबरों के बुलेटिन ਦੇ ਵਿੱਚ ਤੁਹਾਡਾ स्वागत। खबरों के बुलेटिन ਦੇ स्पॉन्सर रियल्टर गुरजतिंदर सिंह रंधावा। इन्हां ਤੋਂ हर तरीके की प्रॉपर्टी खरीदी बेची जा सकती है। इन्हां ਦੇ फोन नंबर स्क्रीन ਤੇ देख सकते हो। तो हुण पेश ने पहला चोणवीआं खबरां। प्रवासियों ਨੂੰ ਲੈ ਕੇ जा रही किश्ती पलटी, 2 ਦੀ मौत, 20 लापता। गर्भपात की गोली के फैसले कारण 2 अमरीकी अदालतों में विवाद। ਪੈਂਟਾਗਨ ਤੋਂ ਲੀਕ ਹੋਏ ਦਸਤਾਵੇਜ਼ ਦੇ ਸੰਬੰਧ ਵਿੱਚ ਅਮਰੀਕੀ ਜਾਂਚ ਦੀ ਉਡੀਕ ਕਰੇਗਾ ਕੈਨੇਡਾ। ਅਮਰੀਕਾ ਦੇ ਕੈਂਟਕੀ 'ਚ ਚੱਲੀਆਂ ਤਾਬੜਤੋੜ ਗੋਲੀਆਂ, ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ। ਅਮਰੀਕਾ ਦਾ ਵਿਨਾਸ਼ਕਾਰੀ ਮਿਲਿਆਸ ਦੱਖਣੀ ਚੀਨ ਸਾਗਰ ਵਿੱਚ ਹੋਇਆ ਦਾਖਲ। ਅਮਰੀਕਾ ਦੇ ਟ੍ਰੈਫਿਕ ਸਟਾਪ ਗੋਲੀਬਾਰੀ 'ਚ 2 ਪੁਲਿਸ ਅਧਿਕਾਰੀਆਂ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਹੋਰ ਵੀ ਬਹੁਤ ਸਾਰੀਆਂ ਖਬਰਾਂ। ਟਿਊਨੀਸ਼ੀਆ ਅਤੇ ਇਟਲੀ ਦੇ ਵਿਚਕਾਰ ਭੂ-ਮੱਧ ਸਾਗਰ ਦੇ ਵਿੱਚ ਇੱਕ ਕਿਸ਼ਤੀ ਪਲਟਣ ਦੇ ਕਾਰਨ ਘੱਟੋ-ਘੱਟ 2 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਅਤੇ ਲਗਭਗ 20 ਹੋਰ ਲਾਪਤਾ ਨੇ। ਘਟਨਾ ਸ਼ਨੀਵਾਰ ਤੋਂ ਐਤਵਾਰ ਦੀ ਰਾਤ ਨੂੰ ਵਾਪਰੀ, ਜਦੋਂ ਕਿਸ਼ਤੀ ਟਿਊਨੀਸ਼ੀਆ ਦੇ ਸਪੇਸਐਕਸ ਤੋਂ ਰਵਾਨਾ ਹੋਈ ਤਾਂ ਉਸ ਵਿੱਚ ਲਗਭਗ 44 ਪ੍ਰਵਾਸੀ ਸਵਾਰ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ 22 ਲੋਕਾਂ ਨੂੰ ਬਚਾ ਕੇ ਇਟਲੀ ਦੇ ਲੈਂਪਡੂਸਾ ਟਾਪੂ ਤੇ ਲਿਜਾਇਆ ਗਿਆ। ਫਿਲਹਾਲ ਲਾਪਤਾ ਪ੍ਰਵਾਸੀਆਂ ਦੀ ਭਾਲ ਕੀਤੀ ਜਾ ਰਹੀ ਹੈ। ਟੈਕਸਾਸ ਅਤੇ ਵਾਸ਼ਿੰਗਟਨ ਦੇ ਸੰਘੀ ਜੱਜਾਂ ਨੇ ਸ਼ੁੱਕਰਵਾਰ ਨੂੰ ਗਰਭਪਾਤ ਅਤੇ ਗਰਭਪਾਤ ਲਈ ਆਮ ਤੌਰ ਤੇ ਵਰਤੀ ਜਾਂਦੀ ਦਵਾਈ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਵਿੱਚ ਫੈਸਲੇ ਜਾਰੀ ਕਰਕੇ ਇਸ ਨੂੰ ਹੋਰ ਤੇਜ਼ ਕਰ ਦਿੱਤਾ। ਪਿਛਲੇ ਸਾਲ ਯੂਐਸ ਸੁਪਰੀਮ ਕੋਰਟ ਦੁਆਰਾ ਪ੍ਰਕਿਰਿਆ ਦੇ ਸੰਘੀ ਅਧਿਕਾਰਾਂ ਨੂੰ ਰੱਦ ਕਰਨ ਤੋਂ ਬਾਅਦ ਮਾਈਫੇਪ੍ਰਿਸਟੋਨ ਗੋਲੀਆਂ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼ ਹੋ ਗਈ। ਗਰਭਪਾਤ ਦੀ ਗੋਲੀ ਸ਼ੁੱਕਰਵਾਰ ਨੂੰ 2 ਵਿਰੋਧੀ ਸੰਘੀ ਅਦਾਲਤ ਦੇ ਫੈਸਲਿਆਂ ਦੇ ਕੇਂਦਰ ਵਿੱਚ ਸੀ। ਇੱਕ ਫੈਸਲੇ ਦੇ ਵਿੱਚ ਟੈਕਸਾਸ ਵਿੱਚ ਇੱਕ ਸੰਘੀ ਜੱਜ ਨੇ ਨਿਆਂ ਵਿਭਾਗ ਨੂੰ ਅਪੀਲ ਕਰਨ ਦੇ ਲਈ 7 ਦਿਨ ਦੇਣ ਦੇ ਲਈ ਗਰਭਪਾਤ ਦੀ ਗੋਲੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਮਨਜ਼ੂਰੀ ਨੂੰ ਰੋਕ ਦਿੱਤਾ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਵਾਸ਼ਿੰਗਟਨ ਰਾਜ ਵਿੱਚ ਇੱਕ ਸੰਘੀ ਜੱਜ ਨੇ ਕਿਹਾ ਕਿ FDA ਨੂੰ ਘੱਟੋ-ਘੱਟ 12 ਉਦਾਰ ਰਾਜਾਂ ਵਿੱਚ ਗਰਭਪਾਤ ਦੀ ਗੋਲੀ ਉਪਲਬਧ ਰੱਖਣੀ ਚਾਹੀਦੀ ਹੈ। ਗਰਭਪਾਤ ਦੀ ਗੋਲੀ ਮਾਰਨਿੰਗ ਆਫਟਰ ਗੋਲੀ ਤੋਂ ਵੱਖਰੀ ਹੈ ਔਰ ਜੋ ਗਰਭਵਤੀ ਹੋਣ ਤੋਂ ਬਾਅਦ ਲਈ ਔਰਤ ਦੁਆਰਾ ਲਈ ਜਾਂਦੀ ਹੈ। ਇਸ ਵਿੱਚ ਪੂਰੀ ਪ੍ਰਕਿਰਿਆ ਵਿੱਚ 1 ਤੋਂ ਵੱਧ ਗੋਲੀ ਸ਼ਾਮਲ ਹੁੰਦੀ ਹੈ। ਅਮਰੀਕਾ ਦੇ ਨਾਟੋ ਵੱਲੋਂ ਯੂਕਰੇਨ ਵਿੱਚ ਚਲਾਏ ਜਾ ਰਹੇ ਆਪਰੇਸ਼ਨਸ ਬਾਰੇ ਪੈਂਟਾਗਨ ਤੋਂ ਲੀਕ ਹੋਏ ਦਸਤਾਵੇਜ਼ਾਂ ਦੇ ਸੰਬੰਧ ਵਿੱਚ ਅਮਰੀਕਨ ਸਿਕਿਉਰਿਟੀ ਸਰਵਿਸਿਜ਼ ਵੱਲੋਂ ਜਾਂਚ ਦੀ ਕੈਨੇਡਾ ਉਡੀਕ ਕਰੇਗਾ। ਇਸ ਲਈ ਕੈਨੇਡਾ ਵੱਲੋਂ ਆਪਣੇ ਪੱਧਰ ਉੱਤੇ ਜਾਂਚ ਸ਼ੁਰੂ ਨਹੀਂ ਕੀਤੀ ਜਾਏਗੀ। ਇਹ ਖੁਲਾਸਾ ਨੈਸ਼ਨਲ ਸਿਕਿਉਰਿਟੀ ਮਾਹਿਰ ਵੱਲੋਂ ਕੀਤਾ ਗਿਆ। ਵੀਕਐਂਡ ਉੱਤੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਕੈਨੇਡਾ ਸਮੇਤ ਆਪਣੇ ਭਾਈਵਾਲਾਂ ਤੇ ਦੋਸਤਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਲੀਕ ਦਾ ਕੀ ਅਸਰ ਹੋ ਸਕਦਾ ਹੈ। ਸੈਂਟਰ ਫਾਰ ਇੰਟਰਨੈਸ਼ਨਲ ਗਵਰਨੈਂਸ ਇਨੋਵੇਸ਼ਨ ਦੇ ਸੀਨੀਅਰ ਫੈਲੋ ਵੈਜ਼ਲੇ ਵੌਕ ਨੇ ਆਖਿਆ ਕਿ ਕੈਨੇਡੀਅਨ ਅਧਿਕਾਰੀ ਇਸ ਲੀਕੇਜ ਦੀ ਗੰਭੀਰਤਾ ਨੂੰ ਸਮਝਣਾ ਚਾਹੁੰਦੇ ਨੇ ਤੇ ਇਹ ਵੀ ਪਤਾ ਲਗਾਉਣਾ ਚਾਹੁੰਦੇ ਨੇ ਕਿ ਇਹਨਾਂ ਦਸਤਾਵੇਜ਼ਾਂ ਵਿੱਚ ਕੈਨੇਡਾ ਨਾਲ ਜੁੜੀ ਕਿੰਨੀ ਕੁ ਜਾਣਕਾਰੀ ਲੀਕ ਹੋਈ ਹੈ। ਆਨਲਾਈਨ ਪੋਸਟ ਕੀਤੇ ਗਏ ਇਹਨਾਂ ਦਸਤਾਵੇਜ਼ਾਂ ਨੂੰ ਸੀਕ੍ਰੇਟ ਲੇਬਲ ਨਾਲ ਕਵਰ ਕੀਤਾ ਗਿਆ ਤੇ ਇਹਨਾਂ ਵਿੱਚ ਯੂਕਰੇਨ ਨੂੰ ਭੇਜੇ ਗਏ ਹਥਿਆਰਾਂ ਤੇ ਇਕਵਿਪਮੈਂਟਸ ਬਾਰੇ ਜਾਣਕਾਰੀ ਹੈ। ਪਰ ਇਸ ਦੇ ਨਾਲ ਹੀ ਇਹਨਾਂ ਦਸਤਾਵੇਜ਼ਾਂ ਵਿੱਚ ਉਣਤਾਈਆਂ ਵੀ ਨੇ ਜਿਨ੍ਹਾਂ ਕਾਰਨ ਇਹਨਾਂ ਦੀ ਸਾਰਥਕਤਾ ਉੱਤੇ ਸਵਾਲ ਉਠਾਏ ਜਾ ਰਹੇ ਨੇ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਇਹਨਾਂ ਨਾਲ ਛੇੜਛਾੜ ਤਾਂ ਨਹੀਂ ਕੀਤੀ ਗਈ। ਲੀਕ ਕੀਤੇ ਗਏ ਦਸਤਾਵੇਜ਼ਾਂ ਵਿੱਚ ਰੂਸੀ ਹੈਕਰਾਂ ਵੱਲੋਂ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਕੈਨੇਡਾ ਦੇ ਨੈਚੁਰਲ ਗੈਸ ਇਨਫਰਾਸਟ੍ਰਕਚਰ ਤੱਕ ਸਫਲਤਾਪੂਰਵਕ ਪਹੁੰਚ ਕਰ ਲਈ ਗਈ ਹੈ। ਦ ਕਮਿਊਨੀਕੇਸ਼ਨਜ਼ ਸਿਕਿਉਰਿਟੀ ਐਸਟੈਬਲਿਸ਼ਮੈਂਟ, ਜੋ ਕਿ ਕੈਨੇਡਾ ਦੀ ਸਾਈਬਰ ਸਪਾਈ ਏਜੰਸੀ ਹੈ, ਨੇ ਇੱਕ ਬਿਆਨ 'ਚ ਆਖਿਆ ਕਿ ਉਸ ਵੱਲੋਂ ਇਸ ਬਾਰੇ ਕੋਈ ਟਿੱਪਣੀ ਹਾਲ ਦੀ ਘੜੀ 'ਚ ਨਹੀਂ ਕੀਤੀ ਜਾ ਸਕਦੀ। ਅਮਰੀਕਾ ਦੇ ਕੈਂਟਕੀ ਸੂਬੇ ਵਿੱਚ ਸੋਮਵਾਰ ਨੂੰ ਗੋਲੀਬਾਰੀ ਹੋਈ। ਇਸ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਘਟਨਾ ਲੂਇਸਵਿਲੇ ਸ਼ਹਿਰ ਦੀ ਹੈ। ਪੁਲਿਸ ਮੁਤਾਬਕ ਇੱਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਦੱਸਿਆ ਹੈ ਕਿ ਕੁੱਲ ਕਿੰਨੇ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ। ਹਮਲਾਵਰ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਕਾਰਵਾਈ ਜਾਰੀ ਹੈ। ਕੈਂਟਕੀ ਦੇ ਗਵਰਨਰ ਐਂਡੀ ਨੇ ਕਿਹਾ ਕਿ ਮੈਂ ਖੁਦ ਮੌਕੇ ਤੇ ਜਾ ਰਿਹਾ। ਇਹ ਸਮਾਂ ਲੋਕਾਂ ਦੀ ਭਲਾਈ ਲਈ ਅਰਦਾਸ ਕਰਨ ਦਾ ਹੈ। ਅਮਰੀਕਾ ਦੇ 7ਵੇਂ ਫਲੀਟ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਦਾ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਮਿਲੀਅਸ ਆਪਣੇ ਨੈਵੀਗੇਸ਼ਨ ਅਧਿਕਾਰਾਂ ਅਤੇ ਆਜ਼ਾਦੀਆਂ ਦੀ
ਵਰਤੋਂ ਕਰਦੇ ਹੋਏ ਸੈਪਰੇਟਲੀ ਟਾਪੂ ਨੇੜੇ ਦੱਖਣੀ ਚੀਨ ਸਾਗਰ ਵਿੱਚ ਦਾਖਲ ਹੋ ਗਿਆ। ਬਿਆਨ 'ਚ ਦੱਸਿਆ ਗਿਆ ਕਿ 10 ਅਪ੍ਰੈਲ ਨੂੰ ਅਰਲੇਗ ਬੁਰਕੇ ਕਲਾਸ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ USS ਮਿਲੀਅਸ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਸੈਪਰੇਟਲੀ ਟਾਪੂ ਨੇੜੇ ਦੱਖਣੀ ਚੀਨ ਸਾਗਰ 'ਚ ਨੈਵੀਗੇਸ਼ਨ ਅਧਿਕਾਰਾਂ ਅਤੇ ਆਜ਼ਾਦੀਆਂ ਤੇ ਜ਼ੋਰ ਦਿੱਤਾ। ਬਿਆਨ 'ਚ ਅੱਗੇ ਕਿਹਾ ਗਿਆ ਕਿ 1 ਸਦੀ ਤੋਂ ਵੱਧ ਸਮੇਂ ਤੋਂ ਅਮਰੀਕੀ ਫੌਜ ਦੱਖਣੀ ਚੀਨ ਸਾਗਰ ਵਿੱਚ ਰੋਜ਼ਾਨਾ ਆਧਾਰ ਤੇ ਕੰਮ ਕਰ ਰਹੀ ਹੈ। ਮਾਰਚ ਵਿੱਚ ਅਮਰੀਕਾ ਦਾ ਜੰਗੀ ਬੇੜਾ ਮਿਲੀਅਸ ਪੈਰਸਲ ਟਾਪੂ ਨੇੜੇ ਦੱਖਣੀ ਚੀਨ ਸਾਗਰ 'ਚ ਦਾਖਲ ਹੋਇਆ ਸੀ, ਜਿਸ ਨੂੰ ਚਾਈਨਾ ਆਪਣੇ ਖੇਤਰ ਮੰਨਦਾ ਹੈ। ਚਾਈਨਾ ਨੇ ਅਮਰੀਕਾ ਦੀਆਂ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਮਰੀਕੀ ਵਿਨਾਸ਼ਕਾਰੀ ਚੀਨੀ ਸਰਕਾਰ ਦੀ ਆਗਿਆ ਤੋਂ ਬਿਨਾਂ ਗੈਰ ਕਾਨੂੰਨੀ ਤੌਰ ਤੇ ਖੇਤਰ 'ਚ ਦਾਖਲ ਹੋਇਆ, ਜਿਸ ਨਾਲ ਦੱਖਣੀ ਚੀਨ ਸਾਗਰ 'ਚ ਸ਼ਾਂਤੀ ਅਤੇ ਸਥਿਰਤਾ ਖਰਾਬ ਹੋ ਰਹੀ ਹੈ। ਦੱਖਣੀ ਚੀਨ ਸਾਗਰ ਦੇ ਕਈ ਟਾਪੂਆਂ ਦੀ ਖੇਤਰੀ ਮਾਨਤਾ ਨੂੰ ਲੈ ਕੇ ਚਾਈਨਾ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਕੁਝ ਦੇਸ਼ਾਂ ਵਿਚਕਾਰ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ। ਉਹਨਾਂ ਟਾਪੂਆਂ ਵਿੱਚੋਂ ਪਹਿਲੇ ਪੈਰਾਸੇਲ ਟਾਪੂ, ਸਪਰੇਟਲੀ ਟਾਪੂ, ਥੀਟੂ ਟਾਪੂ ਅਤੇ ਸਕਾਰਬਰੋ ਸ਼ੈਲ ਦੇ ਮਹਾਦੀਪ ਸ਼ੈਲਫ ਤੇ ਮਹੱਤਵਪੂਰਨ ਤੇਲ ਅਤੇ ਗੈਸ ਦੇ ਭੰਡਾਰ ਦੀ ਖੋਜ ਕੀਤੀ ਗਈ ਹੈ। ਵੀਅਤਨਾਮ, ਬਰੂਨੇਈ, ਮਲੇਸ਼ੀਆ, ਤਾਇਵਾਨ ਅਤੇ ਫਿਲੀਪੀਨਸ ਕੁਝ ਹੱਦ ਤੱਕ ਇਸ ਵਿਵਾਦ 'ਚ ਸ਼ਾਮਲ ਨੇ। ਖੇਤਰ ਵਿੱਚ ਅਮਰੀਕੀ ਜੰਗੀ ਜਹਾਜ਼ਾਂ ਦੇ ਲੰਘਣ ਦੇ ਨਾਲ ਸਥਿਤੀ ਗੁੰਝਲਦਾਰ ਹੋ ਗਈ ਹੈ, ਜਿਸ ਦੀ ਚੀਨੀ ਵਿਦੇਸ਼ ਮੰਤਰਾਲਾ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਵਜੋਂ ਆਲੋਚਨਾ ਕੀਤੀ ਹੈ। ਹਾਲਾਂਕਿ ਅਮਰੀਕਾ ਨੇ ਬਾਰ-ਬਾਰ ਕਿਹਾ ਕਿ ਉਸ ਦੀ ਜਲ ਸੈਨਾ ਇਸ ਖੇਤਰ 'ਚ ਮੌਜੂਦ ਰਹੇਗੀ। ਜੁਲਾਈ 2016 'ਚ ਫਿਲੀਪੀਨਸ ਦੁਆਰਾ ਦਾਇਰ ਇੱਕ ਮੁਕੱਦਮੇ ਤੋਂ ਬਾਅਦ ਹੇਗ ਵਿੱਚ ਆਰਬਿਟ੍ਰੇਸ਼ਨ ਦੀ ਸਥਾਈ ਅਦਾਲਤ ਨੇ ਫੈਸਲਾ ਦਿੱਤਾ ਕਿ ਚਾਈਨਾ ਦੇ ਕੋਲ ਦੱਖਣੀ ਚਾਈਨੀ ਸਾਗਰ ਦੇ ਵਿੱਚ ਖੇਤਰੀ ਦਾਅਵਿਆਂ ਦਾ ਕੋਈ ਆਧਾਰ ਨਹੀਂ ਹੈ। ਬੀਜਿੰਗ ਨੇ ਬਦਲੇ 'ਚ ਕਿਹਾ ਕਿ ਉਸਨੇ ਅਦਾਲਤ ਦੇ ਫੈਸਲੇ ਨੂੰ ਜਾਇਜ਼ ਨਹੀਂ ਮੰਨਿਆ ਅਤੇ ਇਸ ਨੂੰ ਮਾਨਤਾ ਨਹੀਂ ਦਿੱਤੀ। ਅਮਰੀਕਾ ਦੇ ਡੈਨਵਰ ਦੇ ਵਿੱਚ ਐਤਵਾਰ ਨੂੰ ਟ੍ਰੇਨ ਦੀ ਲਪੇਟ ਵਿੱਚ ਆਉਣ ਦੇ ਨਾਲ ਪੈਦਲ ਯਾਤਰੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ। ਇਹ ਜਾਣਕਾਰੀ ਡੈਨਵਰ ਪੁਲਿਸ ਵਿਭਾਗ ਨੇ ਦਿੱਤੀ ਹੈ। ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੁਲਿਸ ਮੌਤ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਅਪਰਾਧਿਕ ਮਾਮਲਾ ਹੈ ਜਾਂ ਨਹੀਂ। ਵਿਭਾਗ ਨੇ ਜਾਂਚ ਪੂਰੀ ਹੋਣ ਤੱਕ ਇਸ ਸੰਬੰਧੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਦੱਸ ਦਈਏ ਕਿ ਘਟਨਾ ਡੈਨਵਰ ਸ਼ਹਿਰ ਦੇ ਉੱਤਰ ਪੂਰਬੀ ਖੇਤਰ 'ਚ ਵਾਪਰੀ ਹੈ, ਜਿਸ ਤੋਂ ਬਾਅਦ ਲੋਕਲ ਟ੍ਰੇਨਾਂ ਦੇ ਵਿੱਚ ਦੇਰੀ ਹੋ ਰਹੀ ਹੈ। ਅਮਰੀਕਾ ਦੇ ਉੱਤਰੀ ਪੱਛਮੀ ਵਿਸਕਾਂਸਨ ਸੂਬੇ ਦੇ ਕੈਮਰੂਨ ਪਿੰਡ ਵਿੱਚ ਇੱਕ ਟ੍ਰੈਫਿਕ ਸਟਾਪ ਦੌਰਾਨ ਹੋਈ ਗੋਲੀਬਾਰੀ 'ਚ 2 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਗੋਲੀਬਾਰੀ ਸ਼ਨੀਵਾਰ ਦੁਪਹਿਰ ਕਰੀਬ 3:38 ਤੇ ਹੋਈ। ਸਮਾਚਾਰ ਏਜੰਸੀ ਸ਼ਿਨੂਹਾ ਨੇ ਵਿਸਕਾਂਸਨ ਵਿਭਾਗ ਦੇ ਨਿਆਂ ਵਿਭਾਗ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। 2 ਅਧਿਕਾਰੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇੱਕ ਸ਼ੱਕੀ ਵਾਹਨ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ ਬਾਰੇ ਵੇਰਵਿਆਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਆਫਿਸਰ ਡਾਊਨ ਮੈਮੋਰੀਅਲ ਪੇਜ ਇੱਕ ਸੰਸਥਾ ਜੋ ਪੂਰੇ US ਦੇ ਵਿੱਚ ਡਿਊਟੀ ਦੀ ਲਾਈਨ ਵਿੱਚ ਪੁਲਿਸ ਅਫਸਰਾਂ ਦੀਆਂ ਮੌਤਾਂ ਨੂੰ ਟਰੈਕ ਕਰਦੀ ਹੈ। ਇਹ ਦਰਸਾਉਂਦੀ ਹੈ ਕਿ ਇਹ ਘਟਨਾ ਵਿਸਕਾਂਸਨ ਦੇ ਵਿੱਚ ਇਸ ਸਾਲ ਡਿਊਟੀ ਲਾਈਨ ਵਿੱਚ ਦੂਜੇ ਅਤੇ ਤੀਜੇ ਅਫਸਰ ਦੀ ਮੌਤ ਦੀ ਨਿਸ਼ਾਨਦੇਹੀ ਕਰਦੀ ਹੈ। ਪਹਿਲੀ ਘਟਨਾ 2 ਮਹੀਨੇ ਪਹਿਲਾਂ ਹੋਈ ਸੀ, ਜਦੋਂ ਮਿਲਵਾਕੀ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਚੀਨ ਨਾਲ ਚੱਲ ਰਹੇ ਤਣਾਅ ਦੇ ਦਰਮਿਆਨ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਬਲ ਜੰਗੀ ਮਸ਼ਕਾਂ ਵਿੱਚ ਰੁੱਝੇ ਹੋਏ ਨੇ। ਇਹ ਮਸ਼ਕਾਂ ਸਰਹੱਦੀ ਖੇਤਰ ਵਿੱਚ ਲੜਾਕੂ ਜਹਾਜ਼ ਦੇ ਆਪਰੇਸ਼ਨ ਦੀ ਸਮਰੱਥਾ ਨੂੰ ਧਿਆਨ 'ਚ ਰੱਖ ਕੇ ਕੀਤੀਆਂ ਜਾ ਰਹੀਆਂ ਨੇ। ਵਿਸ਼ੇਸ਼ ਬਲਾਂ ਦੇ ਕਲਾਈਖੁੰਡਾ ਵਿੱਚ ਲੜਾਕੂ ਤੇ ਮਲਵਾਹਕ ਜਹਾਜ਼ ਸਮੇਤ ਵੱਡੀਆਂ ਟੁਕੜੀਆਂ ਨਾਲ ਹਿੱਸਾ ਲੈਣ ਦੀ ਸੰਭਾਵਨਾ ਹੈ। ਅਮਰੀਕੀ ਹਵਾਈ ਫੌਜ ਆਪਣੇ F-15 ਸਟ੍ਰਾਈਕ ਈਗਲ ਲੜਾਕੂ ਜਹਾਜ਼ ਨਾਲ ਇਹਨਾਂ ਮਸ਼ਕਾਂ ਵਿੱਚ ਹਿੱਸਾ ਲੈ ਰਹੀ ਹੈ। ਹਾਲਾਂਕਿ ਇਸ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਨੇ। ਇਹ ਜੰਗੀ ਮਸ਼ਕਾਂ ਅਜਿਹੇ ਸਮੇਂ ਹੋ ਰਹੀਆਂ ਨੇ ਜਦੋਂ ਭਾਰਤ ਦਾ ਚੀਨ ਦੇ ਨਾਲ ਫੌਜੀ ਤਣਾਅ ਚੱਲ ਰਿਹਾ ਹੈ। ਭਾਰਤੀ ਹਵਾਈ ਫੌਜ ਵੱਲੋਂ ਬਹੁਦੇਸ਼ੀ ਜੰਗੀ ਮਸ਼ਕਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਭਾਰਤ ਫੌਜੀ ਗੱਠਜੋੜ ਦੀ ਮਜ਼ਬੂਤੀ ਦੀ ਦਿਸ਼ਾ 'ਚ ਕੰਮ ਕਰ ਰਿਹਾ। ਹਾਲ ਹੀ ਵਿੱਚ ਭਾਰਤ ਨੇ ਇੰਗਲੈਂਡ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਮੁਲਕਾਂ ਨਾਲ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ। ਭਾਰਤ ਆਪਣੇ ਸਭ ਤੋਂ ਸ਼ਕਤੀਸ਼ਾਲੀ ਰਫਾਲ ਲੜਾਕੂ ਜਹਾਜ਼ ਨਾਲ ਓਰੀਅਨ ਵਿੱਚ ਬਹੁਦੇਸ਼ੀ ਮਸ਼ਕਾਂ 'ਚ ਹਿੱਸਾ ਲੈਣ ਦੇ ਲਈ ਫਰਾਂਸ ਜਾਏਗਾ। ਭਾਰਤ ਹਵਾਈ ਫੌਜ ਦੇਸ਼ ਦਾ ਸਭ ਤੋਂ ਮਜ਼ਬੂਤ ਵਿੰਗ ਹੈ। ਪੂਰਬੀ ਲੱਦਾਖ ਵਿੱਚ ਲੜਾਕੂ ਜਹਾਜ਼ਾਂ ਤੇ ਹੈਲੀਕਾਪਟਰਸ ਦੇ ਨਾਲ-ਨਾਲ ਭਾਰਤ ਦੇ ਵਿਸ਼ੇਸ਼ ਬਲ ਵੀ ਤਾਇਨਾਤ ਨੇ। ਜਿਸ ਤਰ੍ਹਾਂ ਟਵਿੱਟਰ ਪਿਛਲੇ ਕੁਝ ਮਹੀਨਿਆਂ 'ਚ ਸੁਰਖੀਆਂ 'ਚ ਹੈ, ਉਸੇ ਤਰ੍ਹਾਂ ਕੰਪਨੀ ਦੇ CEO ਐਲਨ ਮਸਕ ਵੀ ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ 'ਚ ਰਹੇ ਨੇ। ਟੈਸਲਾ ਹੋਵੇ ਜਾਂ ਟਵਿੱਟਰ, ਐਲਨ ਮਸਕ ਦੋਵਾਂ ਨੂੰ ਲੈ ਕੇ ਲਾਈਮਲਾਈਟ ਵਿੱਚ ਰਹਿੰਦੇ ਨੇ। ਇਸ ਦੌਰਾਨ ਮਸਕ ਨੇ ਟਵਿੱਟਰ ਤੇ ਆਪਣਾ ਯੂਜ਼ਰ ਨੇਮ ਬਦਲ ਲਿਆ ਅਤੇ ਉਹਨਾਂ ਨੇ
ਨਾਂ ਨੂੰ ਇਸ ਤਰ੍ਹਾਂ ਰੱਖਿਆ ਕਿ ਲੋਕ ਹੱਸ ਰਹੇ ਨੇ। ਇਸ ਸੰਬੰਧੀ ਐਲਨ ਮਸਕ ਨੇ ਇੱਕ ਟਵੀਟ ਵੀ ਕੀਤਾ। ਟਵਿੱਟਰ ਦੇ CEO ਐਲਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਾਫੀ ਐਕਟਿਵ ਨੇ। ਉਹ ਸਮੇਂ-ਸਮੇਂ ਤੇ ਕੁਝ ਨਾ ਕੁਝ ਟਵੀਟ ਕਰਦੇ ਰਹਿੰਦੇ ਨੇ ਤਾਂ ਕਿ ਉਹ ਲਾਈਮਲਾਈਟ ਵਿੱਚ ਬਣੇ ਰਹਿਣ। ਇੱਕ ਪਾਸੇ ਜਿੱਥੇ ਉਹਨਾਂ ਨੇ ਆਪਣੇ ਯੂਜ਼ਰ ਨੇਮ ਨੂੰ ਬਦਲ ਲਿਆ, ਉੱਥੇ ਦੂਜੇ ਪਾਸੇ ਕੰਪਨੀ ਲਈ ਚੰਗੇ ਦਿਨ ਨਹੀਂ ਆ ਰਹੇ ਨੇ। ਅਜਿਹਾ ਇਸ ਲਈ ਹੈ ਕਿਉਂਕਿ ਕੰਪਨੀ ਨੂੰ ਮਾਲੀਏ 'ਚ ਕਾਫੀ ਨੁਕਸਾਨ ਹੋਇਆ, ਜਿਸ ਕਾਰਨ ਉਸਨੂੰ ਫ੍ਰਾਂਸਿਸਕੋ ਸਥਿਤ ਆਪਣੇ ਦਫ਼ਤਰ ਦਾ ਸਮਾਨ ਵੇਚਣਾ ਪਿਆ ਅਤੇ ਕਈ ਕਰਮਚਾਰੀਆਂ ਨੂੰ ਗੁੱਡ ਬਾਏ ਬੋਲ ਦਿੱਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਖਰੀਦਿਆ, ਇੱਕ ਪਲੇਟਫਾਰਮ ਤੇ ਇੱਕ ਕਰਕੇ ਲਗਾਤਾਰ ਬਦਲਾਅ ਨੇ ਇਸ ਪਲੇਟਫਾਰਮ ਤੇ। ਇਹ ਤਸਦੀਕ ਲਈ ਅਦਾਇਗੀ ਸੇਵਾ ਹੋਵੇ ਜਾਂ ਬੈਜ ਦੇ ਰੰਗਾਂ ਵਿੱਚ ਤਬਦੀਲੀ ਜਾਂ ਟਵਿੱਟਰ ਦਾ UI, ਸਭ ਕੁਝ ਬਦਲ ਰਿਹਾ। ਇਸ ਸਾਲ ਟਵਿੱਟਰ ਯੂਜ਼ਰਸ ਨੂੰ ਕਈ ਫੀਚਰ ਵੇਖਣ ਨੂੰ ਮਿਲ ਰਹੇ, ਜਿਸ ਤੋਂ ਬਾਅਦ ਐਪ ਤੇ ਉਹਨਾਂ ਦਾ ਅਨੁਭਵ ਬਿਹਤਰ ਹੋਏਗਾ। ਟਵਿੱਟਰ ਨੂੰ ਐਡਿਟ ਜਾਂ ਅਨਡੂ ਕਰਨ ਦਾ ਵਿਕਲਪ ਹੋਏਗਾ। ਲੰਬੇ ਟਵੀਟਸ ਜਾਂ ਟਵੀਟਸ ਦੀ ਪਰਫਾਰਮੈਂਸ ਦੇਖਣ ਹੋਏਗਾ। ਇਸ ਸਾਲ ਕਈ ਨਵੇਂ ਫੀਚਰ ਹਲੇ ਆਉਣ ਵਾਲੇ ਵੀ ਨੇ। ਅਮਰੀਕਾ ਦੇ ਟੈਨੇਸੀ ਸੂਬੇ 'ਚ ਇੱਕ ਭਾਰਤੀ ਅਮਰੀਕੀ ਸਰਜਨ ਅਤੇ ਸੂਬੇ ਦੇ ਵਿਧਾਇਕ ਡਾਕਟਰ ਸਾਬੀ ਕੁਮਾਰ ਨੇ ਡੈਮੋਕ੍ਰੈਟਿਕ ਪਾਰਟੀ ਦੇ ਬਰਖਾਸਤ ਕੀਤੇ ਗਏ ਆਗੂ ਤੇ ਨਸਲਵਾਦ ਦਾ ਦੋਸ਼ ਲਗਾਇਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਜਸਟਿਨ ਜੌਨਸ ਨੇ ਉਸ ਨੂੰ ਟੈਨੇਸੀ ਦਾ ਪ੍ਰਤੀਨਿਧ ਸਭਾ 'ਚ ਭਾਸ਼ਣ ਦੌਰਾਨ ਗੋਰਿਆਂ ਦੀ ਸਲਤਨਤ ਦਾ ਬ੍ਰਾਊਨ ਚਿਹਰਾ ਕਿਹਾ। ਫੌਕਸ ਨਿਊਜ਼ ਦੀ ਪਿਛਲੇ ਹਫ਼ਤੇ ਨਸ਼ਰ ਰਿਪੋਰਟ ਦੇ ਮੁਤਾਬਕ ਡਾਕਟਰ ਸਾਬੀ ਕੁਮਾਰ ਨੇ ਕਿਹਾ ਕਿ ਉਸ ਨੂੰ ਅਮਰੀਕਾ 'ਚ ਆਪਣੇ 53 ਸਾਲਾਂ ਦੇ ਪ੍ਰਵਾਸ ਦੇ ਦੌਰਾਨ ਪਹਿਲੀ ਵਾਰ ਨਸਲਵਾਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। 76 ਵਰ੍ਹਿਆਂ ਦੇ ਆਗੂ ਨੇ ਸਦਨ 'ਚ ਭਾਸ਼ਣ ਦੌਰਾਨ ਕਿਹਾ, ਮੈਂ ਇੱਕ ਪ੍ਰਵਾਸੀ ਹਾਂ, ਹਰ ਕੋਈ ਜਾਣਦਾ ਹੈ ਮੈਂ ਇਸ ਦੇਸ਼ ਵਿੱਚ 53 ਸਾਲਾਂ ਤੋਂ ਰਹਿ ਰਿਹਾ। ਟੈਨੇਸੀ ਵਿਧਾਨ ਸਭਾ ਨੇ ਜੌਨਸ ਸਮੇਤ ਡੈਮੋਕ੍ਰੈਟਿਕ ਪਾਰਟੀ ਦੇ 2 ਸਿਆਸਤਦਾਨਾਂ ਨੂੰ ਸਦਨ 'ਚੋਂ ਕੱਢ ਦਿੱਤਾ, ਜਿਨ੍ਹਾਂ ਬੰਦੂਕ ਕੰਟਰੋਲ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ, ਜਿਸ ਨਾਲ ਪਿਛਲੇ ਹਫ਼ਤੇ ਸਦਨ ਦੀ ਕਾਰਵਾਈ 'ਚ ਅੜਿੱਕਾ ਪਿਆ ਸੀ। ਟੈਨੇਸੀ ਪ੍ਰਤੀਨਿਧ ਸਭਾ 'ਚ ਰਿਪਬਲਿਕਨ ਦਾ ਦਬਦਬਾ ਹੈ ਅਤੇ ਉਹਨਾਂ ਦੋਸ਼ ਲਗਾਇਆ ਕਿ ਦੋਵੇਂ ਆਗੂਆਂ ਨੇ ਸਦਨ ਦੀ ਮਰਿਆਦਾ ਦਾ ਅਪਮਾਨ ਕੀਤਾ ਹੈ। ਅਮਰੀਕਾ ਦੇ ਨਿਊ ਜਰਸੀ ਰਾਜ ਵਿੱਚ ਪੈਟਰਨ ਵਿਖੇ ਇੱਕ ਮਸਜਿਦ 'ਚ ਸਵੇਰ ਦੀ ਨਮਾਜ਼ ਵੇਲੇ ਚਾਕੂ ਨਾਲ ਹੋਏ ਹਮਲੇ 'ਚ ਇਮਾਮ ਜ਼ਖਮੀ ਹੋ ਗਿਆ। ਮਸਜਿਦ ਦੇ ਬੁਲਾਰੇ ਅਬਦੁਲ ਨੇ ਕਿਹਾ ਕਿ ਦੱਖਣੀ ਪੈਟਰਨ 'ਚ ਉਮਰ ਮਸਜਿਦ 'ਚ ਇਮਾਮ ਸੈयद ਐਲ ਨਾਕਿਬ ਉੱਪਰ ਸਵੇਰੇ 5:30 ਵਜੇ ਦੇ ਆਸ-ਪਾਸ ਦਿਨ ਦੀ ਪਹਿਲੀ ਨਮਾਜ਼ ਵੇਲੇ ਹਮਲਾ ਹੋਇਆ। ਉਸ ਉੱਪਰ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਨਮਾਜ਼ ਅਦਾ ਕਰਨ ਦੇ ਲਈ ਝੁਕਿਆ। ਹਮਦਾਨ ਨੇ ਕਿਹਾ ਕਿ ਸ਼ੱਕੀ ਅਣਜਾਣ ਸੀ ਤੇ ਇਸ ਤੋਂ ਪਹਿਲਾਂ ਉਸ ਨੂੰ ਮਸਜਿਦ ਵਿੱਚ ਨਹੀਂ ਵੇਖਿਆ ਗਿਆ। ਸ਼ੱਕੀ ਨੇ ਚਾਕੂ ਨਾਲ ਇਮਾਮ ਉੱਪਰ 2 ਵਾਰੀ ਵਾਰ ਕੀਤਾ। ਉਹਨਾਂ ਨੇ ਕਿਹਾ ਕਿ ਹਮਲੇ ਉਪਰੰਤ ਸ਼ੱਕੀ ਨੂੰ ਦੌੜਨ ਦਾ ਯਤਨ ਕੀਤਾ, ਪਰੰਤੂ ਮਸਜਿਦ ਵਿੱਚ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਪੁਲਿਸ ਨੇ ਮੌਕੇ ਉੱਪਰ ਪੁੱਛ ਕੇ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ। ਬੁਲਾਰੇ ਨੇ ਕਿਹਾ ਕਿ ਮਸਜਿਦ ਵਿੱਚ ਵਾਪਰੀ ਇਹ ਇਕੱਲੀ ਘਟਨਾ ਹੈ ਤੇ ਮਸਜਿਦ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਚੋਰੀ ਦੀ ਕਾਰ ਵਿੱਚ ਭੱਜੇ ਇੱਕ ਨਾਬਾਲਗ ਲੜਕੇ ਵੱਲੋਂ 2 ਹੋਰ ਵਾਹਨਾਂ 'ਚ ਮਾਰੀ ਜ਼ਬਰਦਸਤ ਟੱਕਰ ਦੇ ਸਿੱਟੇ ਵਜੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 12 ਦੇ ਕਰੀਬ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਵੁੱਡਲੈਂਡ ਪੁਲਿਸ ਵਿਭਾਗ ਨੇ ਦੁਪਹਿਰ ਬਾਅਦ ਇੱਕ ਕਾਰ ਨੂੰ ਬੇਤਰਤੀਬੇ ਢੰਗ ਨਾਲ ਜਾਂਦਿਆਂ ਵੇਖਿਆ, ਜਿਸ ਦਾ ਪੁਲਿਸ ਨੇ ਪਿੱਛਾ ਕੀਤਾ। ਅੱਗੇ ਥੋੜੀ ਦੂਰ ਜਾ ਕੇ ਕਾਰ ਦੇ ਕੋਲ ਹੋਰ ਕਾਰਾਂ ਦੇ ਨਾਲ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ਅੱਗ ਲੱਗ ਗਈ। ਬਿਆਨ ਦੇ ਅਨੁਸਾਰ ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਤਕਰੀਬਨ ਦਰਜਨ ਲੋਕ ਜ਼ਖਮੀ ਹੋ ਗਏ ਨੇ। ਮੌਕੇ ਤੇ ਪੁੱਜੀਆਂ 4 ਐਂਬੂਲੈਂਸ ਦੇ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਕਾਰ ਨੂੰ 13 ਸਾਲਾਂ ਦਾ ਲੜਕਾ ਚਲਾ ਰਿਹਾ ਸੀ ਜੋ ਚੋਰੀ ਦੀ ਸੀ। ਪੁਲਿਸ ਹਾਦਸੇ ਦੇ ਜਾਂਚਾਂ ਦੀ ਜਿਹੜੀ ਹੈ ਕਾਰਵਾਈ ਹਲੇ ਕਿਉਂ ਹਾਦਸਾ ਹੋਇਆ ਇਸ ਦੀ ਜਾਂਚ ਕਰ ਰਹੀ ਹੈ। ਤਾਇਵਾਨ ਦੀ ਰਾਸ਼ਟਰਪਤੀ ਦੇ ਅਮਰੀਕਾ ਦੌਰੇ ਤੋਂ ਬਾਅਦ ਚੀਨ ਦੀ ਫੌਜ ਨੇ ਇੱਕ ਵਾਰ ਫਿਰ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਕਈ ਦਰਜਨ ਲੜਾਕੂ ਜਹਾਜ਼ ਅਤੇ ਜੰਗੀ ਜਹਾਜ਼ ਤਾਇਵਾਨ ਵੱਲ ਭੇਜੇ। ਤਾਇਵਾਨ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਈਨਾ ਦੀ ਫੌਜ ਨੇ ਇਸ ਤੋਂ ਪਹਿਲਾਂ ਲੜਾਈ ਦੀ ਤਿਆਰੀ ਲਈ 3 ਦਿਨ ਦੀ ਗਸ਼ਤ ਦਾ ਐਲਾਨ ਕੀਤਾ। ਚੀਨ ਇਸ ਟਾਪੂ ਦੇਸ਼ ਨੂੰ ਆਪਣਾ ਹਿੱਸਾ ਮੰਨਦਾ ਹੈ। ਇਹ ਕਾਰਵਾਈ ਅਜਿਹੇ ਸਮੇਂ 'ਚ ਕੀਤੀ ਗਈ ਹੈ ਜਦੋਂ ਚੀਨ ਦੇ ਹਮਲਾਵਰ ਰਵੱਈਏ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਭਾ ਦੇ ਪ੍ਰਧਾਨ ਕੈਵਨ ਨੇ ਅਮਰੀਕਾ ਦੇ ਕੈਲੀਫੋਰਨੀਆ 'ਚ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਦੀ ਮੇਜ਼ਬਾਨੀ ਕੀਤੀ। ਤਾਇਵਾਨ ਵਿੱਚ ਅਮਰੀਕੀ ਕਾਂਗਰਸ ਦੇ ਇੱਕ ਵਫਦ ਨੇ ਵੀ ਸਾਈ ਦੀ ਵਾਪਸੀ ਤੋਂ ਬਾਅਦ ਹਫ਼ਤੇ ਦੇ ਅੰਤ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ। ਕੈਲਗਰੀ ਵਾਸੀ ਪੰਜਾਬੀ ਮੂਲ ਦੇ ਦਸਤਾਰਧਾਰੀ ਸਿੱਖ ਮਨਜਿੰਦਰ ਸਿੰਘ ਤੇ ਸ਼ਾਮ ਵੇਲੇ ਅਣਪਛਾਤੇ 3 ਜਾਣਿਆਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਮਿਲੀ ਜਾਣਕਾਰੀ ਦੇ ਮੁਤਾਬਕ ਮਨਜਿੰਦਰ ਸਿੰਘ, ਜੋ ਕਿ ਆਪਣੀ ਕਾਰ 'ਚ ਇੱਕ ਐਵਨਿਊ 4 ਸਟਰੀਟ ਨਾਰਥ ਈਸਟ ਕੈਲਗਰੀ ਵਿਖੇ ਜਾ ਰਹੇ ਸੀ, ਉਹਨਾਂ ਦੇ ਕੋਲੋਂ ਲੰਘ ਰਹੀ ਕਾਲੇ ਰੰਗ ਦੀ ਕਾਰ ਜਿਸ ਵਿੱਚ 3 ਸਵਾਰ ਦੇਖੇ ਗਏ ਨੇ ਮਨਜਿੰਦਰ ਸਿੰਘ ਦੀ ਕਾਰ ਨੂੰ ਕੋਈ ਚੀਜ਼ ਸੁੱਟੀ ਉਹਨਾਂ ਦੀ ਕਾਰ ਤੇ। ਜਦੋਂ ਮਨਜਿੰਦਰ ਸਿੰਘ ਆਪਣੀ ਕਾਰ ਖੜੀ ਕਰਕੇ ਦੇਖਣ ਲੱਗੇ ਤਾਂ ਉਹਨਾਂ ਨੇ ਦੁਬਾਰਾ ਕਾਰ ਨੂੰ ਨੇੜੇ ਲਿਆ ਕੇ
ਪੈਪਰ ਸਪਰੇ ਮਨਜਿੰਦਰ ਸਿੰਘ ਤੇ ਸੁੱਟ ਦਿੱਤਾ। ਮਨਜਿੰਦਰ ਸਿੰਘ ਮੁਤਾਬਕ ਉਹਨਾਂ ਚਾਕੂ ਅਤੇ ਰਾੜ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਮਲਾ ਕਰਨ ਵਾਲੇ 2 ਲੜਕੇ ਅਤੇ 1 ਲੜਕੀ ਸੀ, ਜਿਨ੍ਹਾਂ ਦੀ ਉਮਰ ਤਕਰੀਬਨ 21 ਸਾਲ ਤੋਂ 25 ਸਾਲ ਹੋਏਗੀ, ਜੋ ਕਿ ਕੈਨੇਡੀਅਨ ਗੋਰੇ ਸਨ। ਕੈਲਗਰੀ ਪੁਲਿਸ ਅਤੇ EMS ਨੇ ਮਨਜਿੰਦਰ ਸਿੰਘ ਕੋਲ ਪਹੁੰਚ ਕੇ ਸਹਾਇਤਾ ਕੀਤੀ। ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਵਿਧਾਇਕ ਦਵਿੰਦਰ ਸਿੰਘ ਧੂਰ ਅਤੇ ਇੰਦਰਜੀਤ ਸਿੰਘ ਗਰੇਵਾਲ ਨੇ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਸ਼ੁੱਕਰਵਾਰ ਨੂੰ ਪਾਰਲੀਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋਏਗੀ। ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਟੈਲਫੋਰਡ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮੁੱਦੇ ਉੱਤੇ ਪ੍ਰੋਸੀਜਰ ਤੇ ਹਾਊਸ ਅਫੇਅਰਸ ਕਮੇਟੀ ਸਾਹਮਣੇ ਗਵਾਹੀ ਦੇਗੀ। ਆਫਿਸ ਨੇ ਵੀ ਆਖਿਆ ਕਿ ਅਜੇ ਇਸ ਸੰਬੰਧ ਵਿੱਚ ਕੋਈ ਪੱਕਾ ਸਮਾਂ ਨਹੀਂ ਦੱਸਿਆ ਗਿਆ। ਟੈਲਫੋਰਡ ਨੇ ਪਿਛਲੇ ਮਹੀਨੇ ਕਮੇਟੀ ਦੇ ਨਾਲ ਮੁਲਾਕਾਤ ਕਰਨ ਉੱਤੇ ਸਹਿਮਤੀ ਦਿੱਤੀ ਸੀ, ਪਰ ਲਿਬਰਲਾਂ ਦੇ ਵੱਲੋਂ ਕਈ ਤਰ੍ਹਾਂ ਦੇ ਅੜਿੱਕੇ ਪਾ ਕੇ ਉਸ ਦੀ ਸੁਣਵਾਈ ਢਾਲੀ ਜਾਂਦੀ ਰਹੀ। ਉਸ ਸਮੇਂ NDP ਆਗੂ ਜਗਮੀਤ ਸਿੰਘ ਨੇ ਆਖਿਆ ਸੀਗਾ ਕਿ ਜੇ ਸਰਕਾਰ ਇਸ ਮਾਮਲੇ 'ਚ ਖੁਦ ਸਹਿਮਤ ਨਹੀਂ ਹੁੰਦੀ ਤਾਂ ਟੈਲਫੋਰਡ ਨੂੰ ਗਵਾਹੀ ਦੇਣ ਦੇ ਲਈ ਕੰਜ਼ਰਵੇਟਿਵਸ ਦੇ ਵੱਲੋਂ ਲਿਆਂਦੇ ਮਤੇ ਦਾ NDP ਸਮਰਥਨ ਕਰੇਗੀ। ਦੱਖਣੀ ਓਨਟਾਰੀਓ ਵਿੱਚ ਇਸ ਹਫ਼ਤੇ ਗਰਮ ਮੌਸਮ ਦੀ ਝਲਕ ਦੇਖਣ ਨੂੰ ਮਿਲ ਸਕਦੀ ਹੈ। ਕੀਤੀ ਗਈ ਪੇਸ਼ੀਨਗੋਈ ਤੋਂ ਸਾਹਮਣੇ ਆਇਆ ਹੈ ਕਿ ਪ੍ਰੋਵਿੰਸ ਦਾ ਤਾਪਮਾਨ ਇਸ ਵਾਰੀ ਨਵੇਂ ਰਿਕਾਰਡ ਕਾਇਮ ਕਰੇਗਾ। এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਅਨੁਸਾਰ ਦੱਖਣੀ ਓਨਟਾਰੀਓ ਦੇ ਕਈ ਰੀਜਨਸ, ਜਿਨ੍ਹਾਂ ਵਿੱਚ ਵਿੰਸਟਰ, ਲੰਡਨ, ਟੋਰਾਂਟੋ, ਕਿਚਨਰ ਆਦਿ ਸ਼ਾਮਲ ਨੇ, 'ਚ ਆਉਣ ਵਾਲੇ ਹਫ਼ਤੇ 'ਚ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਕੱਪੜਨ ਦੀ ਸੰਭਾਵਨਾ ਹੈ। ਪ੍ਰੋਵਿੰਸ ਵਿੱਚ ਬਹੁਤੀਆਂ ਥਾਵਾਂ ਉੱਤੇ ਪੂਰਾ ਹਫ਼ਤਾ ਆਸਮਾਨ ਸਾਫ਼ ਰਹੇਗਾ ਤੇ ਧੁੱਪ ਖਿੜੀ ਰਹੇਗੀ। ਬੁੱਧਵਾਰ ਨੂੰ ਟੋਰਾਂਟੋ ਤੇ ਇਸ ਦੇ ਨੇੜਲੇ ਕੁਝ ਇਲਾਕਿਆਂ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਟੋਰਾਂਟੋ ਵਿੱਚ ਇਸ ਹਫ਼ਤੇ ਦੀ ਸ਼ੁਰੂਆਤ ਸੋਮਵਾਰ ਤੋਂ 18 ਡਿਗਰੀ ਸੈਲਸੀਅਸ ਤਾਪਮਾਨ ਨਾਲ ਹੋਏਗੀ ਤੇ ਇਸ ਤੋਂ ਬਾਅਦ ਗਰਮੀ ਵੱਧਦੀ ਜਾਏਗੀ। ਵੀਰਵਾਰ ਦਾ ਦਿਨ ਹਫ਼ਤੇ ਦਾ ਸਭ ਤੋਂ ਗਰਮ ਦਿਨ ਹੋਏਗਾ, ਜਦੋਂ ਤਾਪਮਾਨ ਸਿਟੀ ਵਿੱਚ 25 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਏਗਾ। ਸੋਮਵਾਰ ਦੀ ਰਾਤ ਨੂੰ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਵੈਦਰ ਨੈਟਵਰਕ ਦੇ ਅਨੁਸਾਰ 11 ਤੋਂ 14 ਅਪ੍ਰੈਲ ਤੱਕ ਹੀਟ ਰਿਕਾਰਡ ਵੀ ਟੁੱਟ ਸਕਦਾ ਹੈ। 14 ਅਪ੍ਰੈਲ ਨੂੰ ਤਾਪਮਾਨ ਰਿਕਾਰਡ ਤੋੜਨ ਵਾਲਾ ਰਹੇਗਾ। ਕੈਨੇਡਾ ਦੀ ਪੁਲਿਸ ਨੇ ਇੱਕ 28 ਸਾਲਾ ਵਿਅਕਤੀ ਨੂੰ ਓਨਟਾਰੀਓ ਵਿੱਚ ਇੱਕ ਮਸਜਿਦ ਦੇ ਬਾਹਰ ਨਫ਼ਰਤ ਦੇ ਨਾਲ ਪ੍ਰੇਰਿਤ ਘਟਨਾ ਦੇ ਤਹਿਤ ਗ੍ਰਿਫਤਾਰ ਕੀਤਾ ਅਤੇ ਉਸ ਤੇ ਸ਼ਰਧਾਲੂਆਂ ਨੂੰ ਧਮਕੀਆਂ ਦੇਣ ਅਤੇ ਧਰਮ ਖਿਲਾਫ ਅਪਸ਼ਬਦ ਬੋਲਣ ਦੇ ਦੋਸ਼ ਲਗਾਏ ਨੇ। ਸ਼ਰਨ ਕਰੁਣਾਕਰ ਨੇ ਇੱਕ ਸ਼ਰਧਾਲੂ ਤੇ ਗੱਡੀ ਨਾਲ ਹਮਲਾ ਕੀਤਾ, ਫਿਰ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਧਰਮ ਖਿਲਾਫ ਅਪਸ਼ਬਦ ਕਹੇ। ਚਸ਼ਮਦੀਦਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨੇ ਜਾਣ ਤੋਂ ਪਹਿਲਾਂ ਪਾਰਕਿੰਗ ਵਿੱਚ ਖਤਰਨਾਕ ਢੰਗ ਨਾਲ ਗੱਡੀ ਵੀ ਚਲਾਈ। ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਉਸਨੇ 6 ਅਪ੍ਰੈਲ ਨੂੰ ਡੇਨਿਸਨ ਸਟਰੀਟ ਮਾਰਕਮ ਤੇ ਇੱਕ ਮਸਜਿਦ ਵਿੱਚ ਗੜਬੜ ਫੈਲਾਉਣ ਸੰਬੰਧੀ ਇੱਕ ਕਾਲ ਦਾ ਜਵਾਬ ਦਿੱਤਾ। ਸ਼ੱਕੀ ਦੀ ਪਛਾਣ ਕਰ ਲਈ ਗਈ ਸੀ ਅਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ, ਜਦੋਂ ਕਿ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਸੀ। 7 ਅਪ੍ਰੈਲ ਨੂੰ ਯਾਰਕ ਰੀਜਨਲ ਪੁਲਿਸ ਦੇ ਮੈਂਬਰਾਂ ਨੇ ਇੰਟੈਲੀਜੈਂਸ ਯੂਨਿਟ ਅਤੇ ਹੇਟ ਕ੍ਰਾਈਮ ਯੂਨਿਟ ਦੀ ਸਹਾਇਤਾ ਨਾਲ ਟੋਰਾਂਟੋ ਵਿੱਚ ਸ਼ੱਕੀ ਨੂੰ ਗ੍ਰਿਫਤਾਰ ਕੀਤਾ। ਕਰੁਣਾਕਰਨ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਤੇ ਉਸ ਦੀ ਅਗਲੀ ਨਿਯਤ ਪੇਸ਼ੀ 11 ਅਪ੍ਰੈਲ ਨੂੰ ਨਿਊ ਮਾਰਕੀਟ ਦੇ ਟਾਊਨ ਵਿੱਚ ਓਨਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਹੋਏਗੀ। ਕੈਨੇਡੀਅਨ ਵਪਾਰ ਮੰਤਰੀ ਮੈਰੀ ਐਨ ਜੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਨਫ਼ਰਤੀ ਅਪਰਾਧ ਦੀ ਕੈਨੇਡੀਅਨ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਉਸਨੇ ਇੱਕ ਟਵੀਟ ਵਿੱਚ ਕਿਹਾ ਕਿ ਇਸਲਾਮਿਕ ਸੁਸਾਇਟੀ ਆਫ ਮਾਰਕਮ ਵਿੱਚ ਹਿੰਸਕ ਨਫ਼ਰਤੀ ਅਪਰਾਧਾਂ ਅਤੇ ਨਸਲੀ ਵਿਵਹਾਰ ਬਾਰੇ ਸੁਣ ਕੇ ਬਹੁਤ ਦੁਖੀ ਹਾਂ। ਇਸ ਹਿੰਸਾ ਅਤੇ ਇਸਲਾਮੋਫੋਬੀਆ ਦੀ ਸਾਡੇ ਭਾਈਚਾਰਿਆਂ ਜਾਂ ਕੈਨੇਡਾ 'ਚ ਕੋਈ ਥਾਂ ਨਹੀਂ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਪਿਛਲੇ 1 ਸਾਲ ਤੋਂ ਸੱਤਾ ਵਿੱਚ ਹੈ। ਤਾਲਿਬਾਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹੁਣ ਤਾਲਿਬਾਨ ਸਰਕਾਰ ਨੇ ਸੋਮਵਾਰ 10 ਅਪ੍ਰੈਲ ਨੂੰ ਅਫਗਾਨਿਸਤਾਨ ਦੇ ਹੈਰਾਤ ਪ੍ਰਾਂਤ ਵਿੱਚ ਬਾਗਾਂ ਜਾਂ ਹਰੇ ਭਰੇ ਸਥਾਨਾਂ ਵਾਲੇ ਰੈਸਟੋਰੈਂਟਸ ਵਿੱਚ ਪਰਿਵਾਰਾਂ ਅਤੇ ਔਰਤਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਸਰਕਾਰ ਨੇ ਇਹ ਫੈਸਲਾ ਮੌਲਵੀਆਂ ਦੀ ਸ਼ਿਕਾਇਤ ਤੋਂ ਬਾਅਦ ਲਿਆ। ਮੌਲਵੀਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਅਜਿਹੀਆਂ ਥਾਵਾਂ ਤੇ ਮਰਦਾਂ ਅਤੇ ਔਰਤਾਂ ਦੀ ਭੀੜ ਲੱਗ ਗਈ ਹੈ। ਅਫਗਾਨ ਅਧਿਕਾਰੀਆਂ ਨੇ ਕਿਹਾ ਕਿ ਹਿਜਾਬ ਨਾ ਪਹਿਨਣ ਅਤੇ ਮਰਦਾਂ ਅਤੇ ਔਰਤਾਂ ਦੇ ਇੱਕ ਥਾਂ ਤੇ ਹੋਣ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਨੇ। ਹੁਣ ਤੱਕ ਪਾਬੰਦੀ ਕੇਵਲ ਹੈਰਾਤ ਸੂਬੇ ਵਿੱਚ ਗ੍ਰੀਨ ਪਾਰਕ ਵਾਲੇ ਰੈਸਟੋਰੈਂਟ ਤੇ ਲਾਗੂ ਹੁੰਦੀ ਹੈ। ਅਸਲ ਵਿੱਚ ਆਊਟਡੋਰ ਡਾਈਨਿੰਗ ਪਾਬੰਦੀ ਸਿਰਫ ਹੈਰਾਤ ਦੇ ਅਜਿਹੇ ਰੈਸਟੋਰੈਂਟਸ ਤੇ ਹੈ ਜੋ ਮਰਦਾਂ ਲਈ ਖੁੱਲੇ ਨੇ। ਬਾਜ਼ ਮੁਹੰਮਦ ਨਜ਼ੀਰ ਹੈਰਾਤ ਵਿੱਚ ਮੰਤਰਾਲਾ ਅਤੇ ਨੇਕੀ ਦੇ ਡਾਇਰੈਕਟੋਰੇਟ ਦੇ ਇੱਕ ਉਪ ਅਧਿਕਾਰੀ ਨੇ ਮੀਡੀਆ ਦੀਆਂ ਰਿਪੋਰਟਸ ਦਾ ਖੰਡਨ ਕੀਤਾ ਕਿ ਸਾਰੇ ਰੈਸਟੋਰੈਂਟਸ ਪਰਿਵਾਰਾਂ ਅਤੇ ਔਰਤਾਂ ਤੱਕ ਸੀਮਤ ਨਹੀਂ ਸਨ। ਉਹਨਾਂ ਨੇ ਕਿਹਾ ਕਿ ਅਸੀਂ ਅਜਿਹੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਇਹ ਸਿਰਫ ਹਰੇ ਭਰੇ ਥਾਵਾਂ ਵਾਲੇ ਰੈਸਟੋਰੈਂਟਸ ਤੇ ਲਾਗੂ ਹੁੰਦਾ ਹੈ, ਜਿਵੇਂ ਕਿ ਪਾਰਕ, ਜਿੱਥੇ ਕਿ ਮਰਦ ਅਤੇ ਔਰਤਾਂ
ਮਿਲ ਸਕਦੇ ਨੇ। ਮੌਲਵੀਆਂ ਤੇ ਆਮ ਲੋਕਾਂ ਦੀਆਂ ਬਾਰ-ਬਾਰ ਸ਼ਿਕਾਇਤਾਂ ਤੋਂ ਬਾਅਦ ਅਸੀਂ ਸੀਮਾਵਾਂ ਨਿਰਧਾਰਿਤ ਕੀਤੀਆਂ ਤੇ ਇਹਨਾਂ ਰੈਸਟੋਰੈਂਟਸ ਦੇ ਵਿੱਚ ਔਰਤਾਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ। ਹੈਰਾਤ ਵਿੱਚ ਡਾਇਰੈਕਟੋਰੇਟ ਆਫ ਵਰਚੂ ਦੇ ਡਿਪਟੀ ਅਤੇ ਮੁਖੀ ਨੇ ਕਿਹਾ ਕਿ ਇਹ ਇੱਕ ਪਾਰਕ ਵਰਗਾ ਸੀ ਔਰ ਪਰ ਇਸ ਨੂੰ ਇੱਕ ਰੈਸਟੋਰੈਂਟ ਦਾ ਨਾਮ ਦਿੱਤਾ ਗਿਆ ਜਿੱਥੇ ਮਰਦ ਤੇ ਔਰਤਾਂ ਇਕੱਠੇ ਹੁੰਦੇ ਸਨ। ਰੱਬ ਦਾ ਸ਼ੁਕਰ ਹੈ ਕਿ ਇਹ ਹੁਣ ਠੀਕ ਹੋ ਗਿਆ। ਨਾਲ ਹੀ ਸਾਡੇ ਆਡੀਟਰ ਉਹਨਾਂ ਸਾਰੇ ਪਾਰਕਾਂ ਦੀ ਵੀ ਜਾਂਚ ਕਰ ਰਹੇ ਨੇ ਜਿੱਥੇ ਮਰਦ ਤੇ ਔਰਤਾਂ ਜਾਂਦੇ ਨੇ। ਤਾਲਿਬਾਨ ਨੇ ਅਗਸਤ 2021 ਚ ਸੱਤਾ ਸੰਭਾਲੀ, ਉਦੋਂ ਤੋਂ ਲੈ ਕੇ ਹੁਣ ਤੱਕ ਤਾਲਿਬਾਨ ਵੱਲੋਂ ਔਰਤਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਹੁਣ ਇਹ ਰੈਸਟੋਰੈਂਟ ਬੈਨ ਨਵਾਂ ਹੈ। ਇਸ ਤੋਂ ਪਹਿਲਾਂ ਤਾਲਿਬਾਨ ਨੇ ਯੂਨੀਵਰਸਿਟੀ ਵਿੱਚ 6ਵੀਂ ਜਮਾਤ ਤੋਂ ਬਾਅਦ ਦੀਆਂ ਜਮਾਤਾਂ ਤੇ ਔਰਤਾਂ ਦੀ ਸਿੱਖਿਆ ਤੇ ਪਾਬੰਦੀ ਲਗਾ ਦਿੱਤੀ ਹੈ। BBC ट्विटर गोल्ड टिक सोशल मीडिया कंपनी ट्विटर द्वारा किए गए बदलाव ने यूके के राष्ट्रीय प्रसारक BBC ते कई सवाल खड़े किए हैं। दरअसल ट्विटर ने BBC के ट्विटर हैंडल ते सरकारी पैसे नाल चलन वाले मीडिया का लेबल दिता है जिस तो बाद हंगामा हो गया। इस लेबल तो बाद BBC का बयान भी सामने आया। सरकारी पैसे ते चलन का लेबल लगन तो बाद BBC ने ट्विटर के इस कदम का विरोध करते हुए बयान जारी किया है। BBC ने कहा कि असीं हमेशा सुतंत्र रहे हैं और इस तरह काम करते रहांगे। ब्रिटिश ब्रॉडकास्टर ने कहा कि असीं लेबल बारे ऐलान मस्क की मलकीयत वाले ट्विटर नाल गल कर रहे हैं, जल्दी ही कोई हल लभ लिया जाएगा। BBC ने अगे कहा कि ब्रिटिश प्रसारक हमेशा सुतंत्र रहा ਅਤੇ ਲਾਇਸੈਂਸ ਫੀਸਾਂ ਰਾਹੀਂ ਜਨਤਾ ਦੁਆਰਾ ਫੰਡ ਪ੍ਰਾਪਤ ਕਰਦਾ ਹੈ। ਪ੍ਰਸਾਰਕ ਨੇ ਕਿਹਾ ਅਸੀਂ ਸੁਤੰਤਰ ਸੰਪਾਦਕੀ ਤੇ ਰਚਨਾਤਮਕ ਫੈਸਲੇ ਲੈਂਦੇ ਹਾਂ। BBC ਨੂੰ ਮੁੱਖ ਤੌਰ ਤੇ UK ਦੇ ਪਰਿਵਾਰਾਂ ਦੁਆਰਾ ਇੱਕ ਲਾਇਸੈਂਸ ਫੀਸ ਦੁਆਰਾ ਫੰਡ ਦਿੱਤਾ ਜਾਂਦਾ ਹੈ ਜੋ ਗੈਰ BBC ਚੈਨਲਾਂ ਜਾਂ ਲਾਈਵ ਸੇਵਾਵਾਂ ਨੂੰ ਦੇਖਣ ਲਈ ਜ਼ਰੂਰੀ ਹੈ। ਇਹ ਵਪਾਰਕ ਕਾਰਜਾਂ ਤੋਂ ਆਮਦਨੀ ਦੁਆਰਾ ਪੂਰਕ ਹੈ। ਦੂਜੇ ਪਾਸੇ ਟਵਿੱਟਰ ਵਰਤਮਾਨ ਵਿੱਚ ਕੇਵਲ BCC ਦੇ ਮੁੱਖ ਖਾਤੇ ਨੂੰ ਸਰਕਾਰੀ ਦੁਆਰਾ ਫੰਡ ਪ੍ਰਾਪਤ ਮੀਡੀਆ ਵਜੋਂ ਲੇਬਲ ਕਰਦਾ ਹੈ ਜਦੋਂ ਕਿ BBC ਨਿਊਜ਼ ਅਤੇ BBC ਸਪੋਰਟਸ, BBC ਵਰਲਡ ਅਤੇ ਇੱਥੋਂ ਤੱਕ ਕਿ BBC ਨਵੀਂ ਹਿੰਦੀ ਸਹਾਇਕ ਕੰਪਨੀਆਂ ਨੂੰ ਟਵਿੱਟਰ ਤੇ ਅਧਿਕਾਰਤ ਸੰਗਠਨ ਵਜੋਂ ਦਿਖਾਇਆ ਜਾਂਦਾ ਹੈ। न्यूजीलैंड के दक्षिणी टापू से पैंदे सब तो वड्डे शहर क्राइस्टचर्च विखे एक पंजाबी बजुर्ग ने बीते दिनी मौत हो गई सी। उसकी पंजाबी बजुर्ग ते बीते दिनी हुए हमले कारण उसकी मौत हुई। प्राप्त जानकारी के अनुसार इस जगह ते लिनवुड पार्क में शुक्रवार शाम को करीब 7:30 बजे सैर करते 60 साल के बजुर्ग ते 31 साला व्यक्ति वालों हमला किया जिस तो बाद उसनूं गंभीर हालत में हॉस्पिटल भर्ती करवाया गया जिथे उसकी मौत हुई। मृतक व्यक्ति के परिवारक ਅਤੇ पुलिस वालों उन्होंने शनाख्त बारे अजे मीडिया ਨੂੰ ਕੋਈ ਜਾਣਕਾਰੀ नहीं दी गई। मृतक बजुर्ग ਅਤੇ ਉਹਨਾਂ ਦੀ ਪਤਨੀ ਅਤੇ ਪੁੱਤਰ ਨੂੰ ਮਿਲਣ 3 ਮਹੀਨੇ ਪਹਿਲਾਂ ਹੀ ਨਿਊਜ਼ੀਲੈਂਡ ਆਏ ਸਨ। ਇਸ ਪਰਿਵਾਰ 'ਚ ਬੱਚੀ ਨੇ ਜਨਮ ਲਿਆ ਸੀ ਅਤੇ ਪੁਲਿਸ ਨੇ 31 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਇਸ ਵੇਲੇ ਉਹ ਰਿਮਾਂਡ ਵੱਲੋਂ ਪੁਲਿਸ ਹਿਰਾਸਤ ਵਿੱਚ ਹੈ। ਦਲਜੀਤ ਸਿੰਘ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਨਸਲੀ ਹਮਲਾ ਦੱਸਿਆ। ਇਸ ਸੰਬੰਧੀ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।